ਕਿ ਲੁਧਿਆਣਾ ਦੇ ਵਿੱਚ ਜਿਹੜਾ ਸਟ੍ਰਾਈਕ ਦਾ ਬਹੁਤ ਵਧੀਆ ਅਸਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਿਹੜੇ ਸਾਰੇ ਹੀ ਮੁਲਾਜ਼ਮ ਜਿਹੜੇ ਨੇ ਇੱਕ ਬੈਨਰ ਦੇ ਥੱਲੇ ਨੈਸ਼ਨਲ ਵਾਈਡ ਦੇ ਬੈਂਕ ਦੇ ਸਟ੍ਰਾਈਕ ਦੇ ਥੱਲੇ ਬੈਨਰ ਦੇ ਥੱਲੇ ਇਕੱਠੇ ਹੋਏ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਿਹੜੀਆਂ ਸਾਰੀਆਂ ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਵੱਲੋਂ ਅੱਜ ਜਿਹੜੀ ਹੈ ਸਟ੍ਰਾਈਕ ਕੀਤੀ ਗਈ ਹੈ। ਤਕਰੀਬਨ 10 ਲੱਖ ਦੇ ਕਰੀਬ ਜਿਹੜੇ ਕਰਮਚਾਰੀ ਨੇ ਅੱਜ ਸਟ੍ਰਾਈਕ ਤੇ ਨੇ। ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਇੱਥੇ ਵੱਡੀ ਗਿਣਤੀ ਵਿੱਚ ਜਿਹੜੇ ਕਰਮਚਾਰੀ ਨੇ ਉਹ ਇਕੱਠੇ ਹੋਏ ਨੇ। ਵੱਡੀ ਗਿਣਤੀ ਵਿੱਚ ਕਰਮਚਾਰੀ ਜਿਹੜੇ ਇੱਥੇ ਪਹੁੰਚੇ ਹੋਏ ਨੇ। ਇੱਥੇ ਹੋਰ ਕਰਮਚਾਰੀ ਵੀ ਥੋੜੀ ਦੇਰ ਦੇ ਵਿੱਚ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਤੇ ਇੱਥੇ ਗੱਲਬਾਤ ਵੀ ਕਰਾਂਗੇ ਕਿਉਂਕਿ ਜਿਹੜੀ ਇਹ ਸਟ੍ਰਾਈਕ ਹੈ ਬੈਂਕ ਦੇ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਜਿਹੜੇ ਪਹਿਲਾਂ ਕਿਸਾਨਾਂ ਵੱਲੋਂ ਇੱਕ ਵੱਡੀ ਜਿਹੜੀ ਹੈ ਕੀਤੀ ਗਿਆ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਕਿਉਂਕਿ ਉਸ ਸਮੇਂ ਸਰਕਾਰ ਕਹਿੰਦੀ ਸੀ ਜਾਂ ਉਹਨਾਂ ਦੇ ਵਜ਼ੀਰ ਜਿਹੜੇ ਕਹਿੰਦੇ ਸੀ ਕਿ ਕਿਸਾਨਾਂ ਨੂੰ ਜਿਹੜੇ ਕਾਨੂੰਨ ਨੇ ਉਹ ਸਮਝ ਨਹੀਂ ਆ ਰਹੇ। ਪਰ ਹੁਣ ਬੈਂਕ ਬਾਬੂਆਂ ਵੱਲੋਂ ਜਿਹੜੀ ਹੜਤਾਲ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਬੈਂਕ ਬਾਬੂ ਜਿਹੜੇ ਪੜ੍ਹੇ ਲਿਖੇ ਹੁੰਦੇ ਨੇ ਕਿ ਉਹਨਾਂ ਨੂੰ ਵੀ ਸਰਕਾਰ ਦੀ ਨੀਤੀ ਜਿਹੜੀ ਹੈ ਸਮਝ ਨਹੀਂ ਆ ਰਹੀ। ਸਵਾਲ ਵੱਡੇ ਨੇ, ਗੱਲਬਾਤ ਕਰ ਲੈਂਦੇ ਉਹਨਾਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਦੇ ਸੰਬੰਧ ਵਿੱਚ ਕਿ ਕਿਉਂ ਜਿਹੜੀ ਅੱਜ ਹੜਤਾਲ ਜਿਹੜੀ ਕੀਤੀ ਗਈ ਹੈ ਜਾਂ ਕਿਉਂ ਸਟ੍ਰਾਈਕ ਕੀਤੀ ਗਈ ਹੈ ਤੇ ਕਿੰਨੇ ਸਮੇਂ ਲਈ ਜਿਹੜੀ ਸਟ੍ਰਾਈਕ ਚੱਲੂਗੀ। ਹਾਂਜੀ ਸਰ, ਕੀ ਕਾਰਨ ਹੈ ਜਿਹੜਾ ਅੱਜ ਸਟ੍ਰਾਈਕ ਕੀਤੀ ਗਈ ਹੈ ਤੇ ਕਿੰਨਾ ਲੰਬਾ ਸਮਾਂ ਜਿਹੜਾ ਚੱਲੂਗੀ। ਸੈਂਟਰ ਗਵਰਨਮੈਂਟ ਦੀਆਂ ਪਾਲਿਸੀਜ਼ ਦੇ ਅਗੇਂਸਟ ਜੋ ਕਿ ਅੱਜ ਬੈਂਕਾਂ ਨੂੰ ਪ੍ਰਾਈਵੇਟ ਕਰਨ ਜਾ ਰਹੇ ਆ ਉਹਦੇ ਅਗੇਂਸਟ ਅਸੀਂ ਅੱਜ ਇਕੱਠੇ ਹੋਏ ਆ। ਇਹ ਪਹਿਲਾਂ ਤਾਂ ਤੁਹਾਡੇ ਕਹਿਣ ਦੇ ਮੁਤਾਬਕ ਜਿਸ ਤਰ੍ਹਾਂ ਕਿਸਾਨਾਂ ਨੂੰ ਇਹ ਕਹਿ ਰਹੇ ਸੀਗੇ ਵੀ ਇਹਨਾਂ ਨੂੰ ਕਾਨੂੰਨ ਸਮਝ ਨਹੀਂ ਆ ਰਹੇ, ਅਸੀਂ ਪੜ੍ਹੀ ਲਿਖੀ ਇੱਕ ਕਮਿਊਨਿਟੀ ਹੋਣ ਕਰਕੇ ਅੱਜ ਇਹ ਸਾਨੂੰ ਵੀ ਇਹ ਕੱਲ ਨੂੰ ਕਹਿਣਗੇ ਵੀ ਹਾਂ ਇਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ। ਅਸੀਂ ਜਿਹੜੀ ਅੱਜ ਸਟ੍ਰਾਈਕ ਆ ਅੱਗੇ ਅਸੀਂ ਆਪਣੀਆਂ ਸਟ੍ਰਾਈਕਾਂ ਜਿਹੜੀਆਂ ਕੀਤੀਆਂ ਨੇ ਉਹ ਆਪਣੇ ਵੇਜ ਰਿਵੀਜ਼ਨ ਲਈ ਜਾਂ ਹੋਰ ਕਿਸੇ ਮੁੱਦਿਆਂ ਲਈ ਜਿਹੜਾ ਕੀਤੀਆਂ। ਅੱਜ ਜੋ ਸਾਡੀਆਂ ਇਹ ਮੰਗਾਂ ਨੇ ਇਹ ਅਸੀਂ ਸਰਕਾਰ ਦੇ ਵਿਰੁੱਧ ਪਬਲਿਕ ਦੇ ਵੱਲੋਂ ਲੜ ਰਹੇ ਹਾਂ। ਪਬਲਿਕ ਨੂੰ ਅਸੀਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜੇ ਅੱਜ ਪਬਲਿਕ ਸੈਕਟਰ ਬੈਂਕ ਉਹਨਾਂ ਦੀ ਸੇਵਾ ਕਰ ਰਹੇ ਹਨ ਤੇ ਪ੍ਰਾਈਵੇਟ ਬੈਂਕ ਜਿਹੜੇ ਨੇ ਪ੍ਰਾਈਵੇਟ ਬੈਂਕ ਪੰਡਾਲ ਦੇ ਅੰਦਰ ਆ ਜਾਣ तमाम ਪ੍ਰਾਈਵੇਟ ਬੈਂਕਾਂ ਵੱਲੋਂ ਜੋ ਸਹੂਲਤਾਂ ਦਿੱਤੀਆਂ ਜਾਣਗੀਆਂ ਉਹ ਉਹਨਾਂ ਨੂੰ ਪਤਾ ਹੀ ਹੈ। ਸਾਡੇ ਪਬਲਿਕ ਸੈਕਟਰ ਬੈਂਕਾਂ ਦੇ ਵਿੱਚ ਜ਼ੀਰੋ ਬੈਲੈਂਸ ਤੇ ਅਸੀਂ ਅਕਾਊਂਟ ਖੋਲਦੇ ਹਾਂ ਜਦਕਿ ਉੱਥੇ ਮਿਨੀਮਮ ਲਿਮਟ 10,000 ਰੁਪਏ ਦੀ ਹੈ ਜੋ ਕਿ ਆਮ ਪਬਲਿਕ ਤੋਂ ਦੇ ਬਸ ਤੋਂ ਬਹੁਤ ਬਾਹਰ ਹੈ। ਅਸੀਂ ਇਹਨਾਂ ਨੀਤੀਆਂ ਨੂੰ ਦਾ ਵਿਰੋਧ ਕਰਨ ਦੇ ਲਈ ਅੱਜ 2 ਦਿਨ ਦੀ ਸਟ੍ਰਾਈਕ ਕਰ ਰਹੇ ਹਾਂ। ਇਹ ਸਾਰੀ ਅਸੀਂ ਕੋਈ ਆਪਣੇ ਬੈਂਕਿੰਗ EMPLOYEES ਲਈ ਨਹੀਂ ਸਗੋਂ ਪਬਲਿਕ ਲਈ ਵੀ ਕਰ ਰਹੇ ਹਾਂ। ਕਿਤੇ ਨਾ ਕਿਤੇ ਪਬਲਿਕ ਨੂੰ ਜਿਹੜਾ ਵੱਡਾ ਘਾਟਾ ਪੈਣਾ, ਪਬਲਿਕ ਏਰੀਆ ਹਰਾਸਮੈਂਟ ਹੋਊ ਕਿਉਂਕਿ ਸ਼ਨੀ ਐਤਵਾਰ ਜਿਹੜੀਆਂ ਬੈਂਕਾਂ ਬੰਦ ਸੀ ਉਸ ਤੋਂ ਬਾਅਦ ਸੋਮਵਾਰ ਤੇ ਮੰਗਲਵਾਰ ਵੀ ਬੈਂਕਾਂ ਬੰਦ ਕਰ ਦਿੱਤੀਆਂ ਗਈਆਂ ਨੇ। ਕੀ ਕਹਿਣਾ ਚਾਹੋਗੇ। ਸੋਮਵਾਰ ਮੰਗਲਵਾਰ ਬੇਸ਼ੱਕ ਬੈਂਕਾਂ ਬੰਦ ਕਰ ਦਿੱਤੀਆਂ ਗਈਆਂ ਨੇ ਬਟ ਇਹਦੇ ਵਿੱਚ ਅਸੀਂ ਇਹੀ ਦੱਸਣਾ ਚਾਹਾਂਗੇ ਪਬਲਿਕ ਨੂੰ ਵੀ ਕਿ ਸਾਡੀ ਆਨਲਾਈਨ ਬੈਂਕਿੰਗ ਬੈਂਕਾਂ ਦੀ ਸਾਰਿਆਂ ਦੀ ਚੱਲ ਰਹੀ ਹੈ ਪਰ ਬੈਂਕ ਜਿਹੜੇ ਪਬਲਿਕ ਆ ਅਸੀਂ ਉਹਨਾਂ ਦੇ ਬੈਨੀਫਿਟ ਦੀ ਖਾਤਰ ਇਹ ਅੱਜ ਦੀ ਸਟ੍ਰਾਈਕ 2 ਦਿਨ ਦੀ ਸਟ੍ਰਾਈਕ ਤੇ ਕਾਲ ਦਿੱਤੀ ਹੈ ਕਿਉਂਕਿ ਅਗਰ ਬੈਂਕਾਂ ਪ੍ਰਾਈਵੇਟ ਹੋ ਜਾਂਦੀਆਂ ਨੇ ਤਾਂ ਸਾਡੇ ਜੋ ਪਿੰਡੂ ਲੋਕ ਨੇ ਉਹਨਾਂ ਵਿੱਚ ਬੈਂਕਾਂ ਦੀ ਸਹੂਲਤ ਜਿਹੜੀ ਹੈ ਟੋਟਲੀ ਬੰਦ ਹੋ ਜਾਏਗੀ ਕਿਉਂਕਿ ਪ੍ਰਾਈਵੇਟ ਬੈਂਕਾਂ ਜਿਹੜੀਆਂ ਉਹ ਜਿੱਥੇ ਲਾਸ ਹੋਏਗਾ ਉੱਥੇ ਕੋਈ ਵੀ ਆਪਣੀ ਬ੍ਰਾਂਚ ਜਿਹੜੀਆਂ ਨਹੀਂ ਖੋਲਣਗੀਆਂ। ਉਹ ਹਮੇਸ਼ਾ ਸ਼ਹਿਰ ਨੂੰ ਪ੍ਰੈਫਰ ਕਰਨਗੀਆਂ ਕਿਉਂਕਿ ਸ਼ਹਿਰ ਦੇ ਵਿੱਚ ਉਹਨਾਂ ਨੂੰ ਬੈਨੀਫਿਟ ਹੁੰਦਾ ਔਰ ਪ੍ਰਾਈਵੇਟ ਬੈਂਕਿੰਗ ਜਿਹੜੀ ਹੈਗੀ ਆ ਉਹ ਬੈਨੀਫਿਟ ਲੈਣ ਦੇ ਲਈ ਉੱਥੇ ਹੀ ਬੈਂਕਾਂ ਖੋਲੇਗੀ ਜਿੱਥੇ ਉਹਨਾਂ ਨੂੰ ਵੱਧ ਬੈਨੀਫਿਟ ਹੋਏਗਾ। ਸੋ ਪਿੰਡ ਦੇ ਲੋਕ ਟੋਟਲੀ ਜਿਹੜੇ ਆ ਇਸ ਤੋਂ ਇਗਨੋਰ ਹੋ ਜਾਣਗੇ। ਜੋ ਸਾਡੇ ਗ੍ਰੀਨ ਰੈਵੋਲੂਸ਼ਨ ਇਸ ਬੈਂਕਿੰਗ ਖੇਤਰ ਨੇ ਲਿਆਂਦਾ ਉਹ ਦੁਬਾਰਾ ਤੋਂ ਫਿਰ ਆਪਣਾ ਖਤਮ ਹੋ ਜਾਏਗਾ ਕਿਉਂਕਿ ਗਵਰਨਮੈਂਟ ਇੱਕ ਤਰਫ ਵੈਸੇ ਹੀ ਕਿਸਾਨਾਂ ਦੇ ਪਿੱਛੇ ਪਈ ਹੋਈ ਆ, ਦੂਜੇ ਪਾਸੇ ਬੈਂਕਾਂ ਨੂੰ ਪ੍ਰਾਈਵੇਟ ਕਰਕੇ ਇਹ ਕਿਸਾਨਾਂ ਤੋਂ ਜੋ ਉਹਨਾਂ ਨੂੰ ਸਾਡੀਆਂ ਸਰਕਾਰੀ ਬੈਂਕਾਂ ਸਹੂਲਤਾਂ ਦਿੰਦੀਆਂ ਨੇ, ਉਹਨਾਂ ਨੂੰ ਕਰਜ਼ੇ ਦਿੰਦੀਆਂ ਨੇ, ਉਹਨਾਂ ਨੂੰ ਘਰ ਜਾ ਕੇ ਕਰਜ਼ੇ ਦਿੰਦੀਆਂ ਨੇ, ਉਹਨਾਂ ਤੋਂ ਵੀ ਵਾਂਝੇ ਕਰ ਦੇਣਗੇ ਔਰ ਕਿਸਾਨਾਂ ਨੂੰ ਦੁਬਾਰਾ ਤੋਂ ਫਿਰ ਇਹਨਾਂ ਕਾਰਪੋਰੇਟਾਂ ਦੇ ਅਧੀਨ ਆ ਕੇ ਉਹਨਾਂ ਤੋਂ ਕਰਜ਼ੇ ਕੁੱਲ ਮਿਲਾ ਕੇ ਰਾਜਵਿੰਦਰ ਗੱਲ ਜਿਹਦੇ ਕਰਕੇ ਸਾਡਾ ਜੋ ਪੰਜਾਬ ਹੈ ਜਾਂ ਸਾਡਾ ਜੋ ਇੰਡੀਆ ਦੇ ਵਿੱਚ ਰੂਰਲ ਕਲਚਰ ਹੈ ਉਹ ਟੋਟਲੀ ਸਮਾਪਤ ਹੋ ਜਾਏਗਾ, ਖਤਮ ਹੋ ਜਾਏਗਾ। ਸੋ ਅਸੀਂ ਇਹ ਲੋਕਾਂ ਦੇ ਬੈਨੀਫਿਟ ਦੇ ਲਈ ਅੱਜ ਦੀ ਹੜਤਾਲ ਕਰ ਰਹੇ ਹਾਂ ਤਾਂ ਕਿ ਬੈਂਕਾਂ ਪ੍ਰਾਈਵੇਟ ਨਾ ਹੋ ਸਕਣ। ਬਿਲਕੁਲ ਸਿੱਧੇ ਤੌਰ ਤੇ ਪ੍ਰਭਾਵਿਤ ਹੈ। ਅਗਰ ਗੱਲ ਕਰੀਏ ਤਾਂ ਜੋ ਬੈਂਕਾਂ ਦੇ ਵੱਲੋਂ ਸਟ੍ਰਾਈਕ ਹੈਗੀ ਹੈ ਉਹ ਕਿਸਾਨਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਤੇ ਆਮ ਲੋਕਾਂ ਨੂੰ ਵੀ। ਔਰ ਦੂਸਰੇ ਪਾਸੇ ਸਾਡੇ ਨਾਲ ਪਟਿਆਲਾ ਤੋਂ ਦਮਨ ਜੁੜ ਚੁੱਕੇ ਨੇ ਔਰ ਤੁਸੀਂ ਰਾਜਵਿੰਦਰ ਤਸਵੀਰਾਂ ਸਾਨੂੰ ਵਿਖਾਉਂਦੇ ਰਹੋ ਕਿਸ ਤਰ੍ਹਾਂ ਦੇ ਨਾਲ ਅੱਜ ਇਕੱਠੇ ਹੋਏ ਨੇ ਸਾਰੇ ਕਰਮਚਾਰੀ ਹੜਤਾਲ ਦੇ ਲਈ। ਜੀ ਦਮਨ, ਤੁਸੀਂ ਕੀ ਕਹੋਗੇ, ਕਿਸ ਤਰ੍ਹਾਂ ਦੀ ਤਸਵੀਰ ਨਜ਼ਰ ਆ ਰਹੀ ਹੈ ਪਟਿਆਲਾ ਦੇ ਵਿੱਚ। ਹੈਡ ਆਫਿਸ ਤੋਂ ਬਾਹਰ ਜਿਹੜੇ ਕਰਮਚਾਰੀ ਨੇ ਪ੍ਰਦਰਸ਼ਨ ਕਰਕੇ ਨਜ਼ਰ ਆ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਕੇਂਦਰ ਦੇ ਖਿਲਾਫ ਆਵਾਜ਼ਾਈ ਹੋ ਰਹੀ ਹੈ ਤੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਗੱਲਬਾਤ ਵੀ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਕਿੱਦਾਂ ਦਾ ਅੱਗੇ ਦਾ ਪ੍ਰਦਰਸ਼ਨ ਵੀ ਰਹੇਗਾ। ਇਹ ਸਾਡਾ ਅੱਜ 2 ਦਿਨੀ ਹੜਤਾਲ ਹੈ। ਸਾਡੀ ਮੁੱਖ ਮੰਗ ਹੈ ਜਿਹੜੀ ਕੇਂਦਰ ਸਰਕਾਰ ਪ੍ਰਾਈਵੇਟ ਸੈਕਟਰ ਬੈਂਕਾਂ ਨੂੰ ਜਿਹੜੇ ਸਰਕਾਰੀ ਬੈਂਕ ਆ ਉਹਨਾਂ ਨੂੰ ਪ੍ਰਾਈਵੇਟ ਕਰਨ ਜਾ ਰਹੀ ਹੈ ਉਹਦੇ ਖਿਲਾਫ 10 ਲੱਖ ਆਫਿਸਰ EMPLOYEE ਦੇਸ਼ ਭਰ ਦੇ ਅੱਜ ਸਟ੍ਰਾਈਕ ਤੇ ਹੈ
ਪਿਛਲੇ 25 ਦਿਨ ਤੋਂ ਅਸੀਂ ਐਜੀਟੇਸ਼ਨ ਕਰ ਰਹੇ ਹਾਂ, ਅਲੱਗ-ਅਲੱਗ ਜਗ੍ਹਾ ਅਲੱਗ-ਅਲੱਗ ਥਾਂ ਤੇ ਧਰਨੇ ਲਾਏ ਹਾਂ ਅਸੀਂ ਔਰ ਰੋਸ ਪ੍ਰਦਰਸ਼ਨ ਕੀਤਾ। ਅੱਜ 15 ਮਾਰਚ ਔਰ 16 ਮਾਰਚ ਨੂੰ ਦੇਸ਼ ਦੇ ਸਾਰੇ ਬੈਂਕ ਜਿਹੜੇ ਆ ਉਹ ਅੱਜ ਬੰਦ ਹੈ। ਕੰਪਲੀਟ ਸਟ੍ਰਾਈਕ ਅਸੀਂ ਅਬਜ਼ਰਵ ਕਰ ਰਹੇ ਹਾਂ ਔਰ ਸਾਡਾ ਇੱਕੋ ਹੀ ਮੰਗ ਹੈ ਵੀ ਜਿਹੜਾ ਇਹ ਸਰਕਾਰ ਜਿਹੜਾ ਪਬਲਿਕ ਸੈਕਟਰ ਬੈਂਕਾਂ ਨੂੰ ਪ੍ਰਾਈਵੇਟ ਹੱਥਾਂ 'ਚ ਦੇਣ ਜਾ ਰਹੀ ਹੈ, ਇਹ ਜਿਹੜੀ ਡਿਸੀਜਨ ਇਹਨੂੰ ਵਾਪਸ ਲਿੱਤਾ ਜਾਵੇ। ਸਰ ਗੱਲ ਕੀਤੀ ਜਾਵੇ, ਇੱਕ ਜਗ੍ਹਾ ਤੇ ਕੇਂਦਰ ਕਿਸਾਨਾਂ ਦੇ ਨਾਲ ਵੀ ਅੜੀ ਹੋਈ ਹੈ, ਦੂਸਰੀ ਤਰਫ ਬੈਂਕਾਂ ਦੇ ਨਾਲ ਵੀ ਬੈਂਕ ਦੇ EMPLOYE ਵੀ ਹੁਣ ਅੜ ਚੁੱਕੇ ਨੇ, ਤੇ ਕਿਸ ਤਰੀਕੇ ਦਾ ਕੇਂਦਰ ਦਾ ਜਿਹੜਾ ਰਵੱਈਆ ਦੇਖਣ ਨੂੰ ਮਿਲ ਰਿਹਾ ਹੈ, ਕੀ ਰਵੱਈਆ ਹੈ ਇਸ ਤਰੀਕੇ ਦਾ ਕਿ ਜਿਹੜਾ ਇੱਕ ਜਗ੍ਹਾ ਕਿਸਾਨ ਅੜੇ ਹੋਏ ਨੇ ਆਪਣੀ ਮੰਗਾਂ ਨੂੰ ਲੈ ਕੇ, ਉਹ ਵੀ ਪ੍ਰਾਈਵੇਟਾਈਜੇਸ਼ਨ ਨੂੰ ਲੈ ਕੇ ਅੜੇ ਪਏ ਨੇ ਕਿ ਪ੍ਰਾਈਵੇਟ ਜਿਹੜਾ ਹੋ ਜਾਊਗਾ ਤੇ ਜਿਹੜਾ ਨਿੱਜੀ ਘਰਾਣਾ ਦੇ ਹੱਥੇ ਚਲਾ ਜਾਊਗਾ, ਤੇ ਇਦਾਂ ਹੀ ਬੈਂਕ ਦਾ ਵੀ ਉੱਪਰ ਹੁਣ ਨਿਸ਼ਾਨਾ ਬਣ ਚੁੱਕੀ ਹੈ ਕੇਂਦਰ, ਤੇ ਕਿਸ ਤਰੀਕੇ ਦੀ ਮਤਲਬ ਇੱਕ ਰਣਨੀਤੀ ਕੀਤੀ ਜਾ ਰਹੀ ਹੈ ਕੇਂਦਰ ਵੱਲੋਂ? ਦੇਖੋ, ਜਦ ਤੋਂ ਕੇਂਦਰ ਦੇ ਵਿੱਚ ਮੋਦੀ ਜੀ ਦੀ ਸਰਕਾਰ ਆਈ ਹੈ, ਜਿੰਨੀ ਵੀ ਸਰਕਾਰ ਦੀਆਂ ਸਕੀਮਾਂ ਉਹ ਸਾਰੀਆਂ ਬੈਂਕਾਂ ਦੇ ਥਰੂ ਲਾਗੂ ਕੀਤੀ ਗਈਆਂ, ਚਾਹੇ ਉਹ ਜਨਧਨ ਦੇ ਖਾਤੇ ਸੀ, ਚਾਹੇ ਡਾਇਰੈਕਟ ਬੈਂਕ ਟ੍ਰਾਂਸਫਰ ਹੈ, ਚਾਹੇ ਗੈਸ ਦੀ ਸਬਸਿਡੀ ਹੈ। ਔਰ ਤੁਸੀਂ ਦੇਖਿਆ ਹੋਊਗਾ ਡੀਮੋਨਟਾਈਜੇਸ਼ਨ ਦੇ ਦੌਰਾਨ ਕਿਸ ਤਰ੍ਹਾਂ ਰਾਤ-ਰਾਤ ਨੂੰ ਬਹਿ ਕੇ ਬੈਂਕ ਵਾਲਿਆਂ ਨੇ ਇਸ ਦੇਸ਼ ਦੀ ਸੇਵਾ ਕੀਤੀ ਹੈ। ਸਾਡੇ ਪ੍ਰਧਾਨ ਮੰਤਰੀ ਜੀ ਬੜੇ ਸਟੇਜਾਂ ਤੇ ਕਹਿ ਚੁੱਕੇ ਆ ਕਿ ਡੀਮੋਨਟਾਈਜੇਸ਼ਨ ਦੇ ਦੌਰਾਨ ਜਿਹੜਾ ਬਾਰਡਰ ਦੇ ਉੱਤੇ ਸੈਨਾ ਲੜ ਰਹੀ ਸੀ ਔਰ ਦੇਸ਼ ਦੇ ਵਿੱਚ ਜਿਹੜੀ ਫਾਈਨੈਂਸ਼ੀਅਲ ਇਕਨੋਮੀ ਹੈ, ਫਾਈਨੈਂਸ਼ੀਅਲ ਜਿਹੜੀ ਆਰਮੀ ਹੈ, ਬੈਂਕ ਵਾਲੇ ਆ, ਉਹ ਲੜ ਰਹੇ ਸੀਗੇ। ਔਰ ਤੁਸੀਂ ਦੇਖਿਆ ਹੋਊਗਾ ਪਿੱਛੇ ਜਦੋਂ ਕਰੋਨਾ ਆਪਣੇ ਵਰਲਡ ਦੇ ਵਿੱਚ ਫੈਲਿਆ ਔਰ ਇੰਡੀਆ ਦੇ ਵਿੱਚ ਵੀ ਲਾਸਟ ਈਅਰ ਜਦੋਂ ਕੰਪਲੀਟ ਲਾਕਡਾਊਨ ਹੋਇਆ, ਕਰਫਿਊ ਹੋਇਆ, ਉਸ ਦੌਰਾਨ ਵੀ ਜਿਹੜੇ ਬੈਂਕ ਹੈ ਉਹ ਖੁੱਲੇ ਰਹੇ ਔਰ ਸਰਕਾਰੀ ਬੈਂਕਾਂ ਨੇ ਲੋਕਾਂ ਦੀ ਸੇਵਾ ਕੀਤੀ ਹੈ। ਸਰਕਾਰੀ ਬੈਂਕ ਇਸੇ ਵਾਸਤੇ ਬਣਾਏ ਗਏ ਸੀ ਕਿ ਇਹ ਆਮ ਆਦਮੀ ਦੀ ਔਰ ਸੇਵਾ ਕਰ ਸਕਣ। ਅਸੀਂ ਉਹੀ ਕਰ ਰਹੇ ਹਾਂ। ਹੁਣ ਇਹਨਾਂ ਨੂੰ ਜਿਹੜੀ ਸੈਂਟਰ ਗਵਰਨਮੈਂਟ ਮੂਵ ਕਰ ਰਹੀ ਹੈ ਕਿ ਕੁਝ ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਹੱਥਾਂ 'ਚ ਦੇ ਦਿੱਤਾ ਜਾਵੇ, ਉਹਦੇ ਨਾਲ ਨਾ ਸਿਰਫ ਇਹ ਦੇਸ਼ ਦੀ ਇਕਨੋਮੀ ਨਾ ਔਰ ਕਾਮਨ ਆਦਮੀ ਸਫਰ ਹੋਊਗਾ। ਤੁਸੀਂ ਦੇਖਿਆ ਹੋਊਗਾ ਕਿ ਕਿੰਨੇ ਜਨਧਨ ਦੇ ਖਾਤੇ 42 ਕਰੋੜ ਖਾਤੇ ਖੁੱਲੇ ਆ ਹਿੰਦੁਸਤਾਨ 'ਚ ਔਰ ਮੈਕਸਿਮਮ ਖਾਤੇ ਜਿਹੜੇ ਆ ਸਰਕਾਰੀ ਬੈਂਕਾਂ 'ਚ ਖੁੱਲੇ ਆ। ਜਿੰਨੀਆਂ ਸਰਕਾਰ ਦੀ ਸਕੀਮਾਂ ਸਾਰੀਆਂ ਸਰਕਾਰੀ ਬੈਂਕ ਲਾਗੂ ਕਰਦੇ ਆ ਔਰ ਹੁਣ ਇਹਨਾਂ ਨੂੰ ਪ੍ਰਾਈਵੇਟ ਹੱਥਾਂ 'ਚ ਦੇ ਕੇ ਦੇਸ਼ ਨੂੰ ਬਰਬਾਦੀ ਕਰਨੀ ਤੱਕ ਲੈ ਜਾ ਰਿਹਾ। ਇਸੇ ਵਾਸਤੇ ਅੱਜ 15 ਔਰ 16 2 ਦਿਨ ਦੀ ਅਸੀਂ ਸਟ੍ਰਾਈਕ, ਪੂਰੇ ਦੇਸ਼ ਦੇ ਬੈਂਕ ਅੱਜ ਸਟ੍ਰਾਈਕ ਤੇ। तो बिल्कुल ਜਿਹੜਾ ਇਹਦਾ ਆਮ ਵਰਗ ਨੂੰ ਕਾਫੀ ਇਹਦਾ ਇੰਪੈਕਟ ਪਊਗਾ, ਕਿਉਂਕਿ ਆਮ ਵਰਗਾਂ ਦੇ ਜਿਹੜੇ SBI ਦੇ ਅੰਦਰ ਜਾਂ ਸਰਕਾਰੀ ਬੈਂਕਾਂ ਦੇ ਅੰਦਰ ਜਿਹੜੇ ਅਕਾਊਂਟ ਹੁੰਦੇ ਨੇ, ਤਾਂ ਕਿਤੇ ਨਾ ਕਿਤੇ ਆਮ ਆਦਮੀ ਵਰਗ ਨੂੰ ਬਹੁਤ ਜਿਹੜਾ ਫਰਕ ਪੈਂਦਾ ਨਜ਼ਰ ਆਊਗਾ। ਗੁਰਜੋਤ, ਬਿਲਕੁਲ ਠੀਕ ਹੈ ਦਮਨ, ਤਸਵੀਰਾਂ ਵਿਖਾਉਂਦੇ ਰਹੋ ਕਿਸ ਤਰ੍ਹਾਂ ਦੇ ਨਾਲ ਅੱਜ ਪ੍ਰਦਰਸ਼ਨ ਹੋ ਰਿਹਾ, ਕੀ ਕੁਝ ਹੱਥਾਂ 'ਚ ਤਖਤੀਆਂ ਫੜੀਆਂ ਨੇ ਔਰ ਇਹ ਪ੍ਰਦਰਸ਼ਨ ਦੀਆਂ ਤਸਵੀਰਾਂ ਵੇਖਾਂਗੇ। ਨਾਲ ਦੂਸਰੇ ਪਾਸੇ ਰਾਜਵਿੰਦਰ ਸਾਡੇ ਨਾਲ ਜੁੜੇ ਹੋਏ ਨੇ। ਰਾਜਵਿੰਦਰ, ਅਗਰ ਗੱਲ ਕਰੀਏ, ਅਸੀਂ ਤਸਵੀਰਾਂ ਵੇਖ ਪਾ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਅੱਜ ਇੱਕ ਵੱਡਾ ਇਕੱਠ ਜਿਹੜਾ ਹੋਇਆ ਹੈ। ਸੋ ਕਿਸਾਨ ਜਿਹੜੇ ਨੇ ਉਹ ਪੱਕੇ ਤੌਰ ਤੇ ਸੜਕਾਂ ਤੇ ਨੇ, ਬਾਰਡਰਾਂ ਤੇ, ਔਰ ਦੂਸਰੇ ਪਾਸੇ ਹੁਣ ਗੱਲ ਕਰੀਏ ਮੁਲਾਜ਼ਮ ਵੀ ਸੜਕਾਂ ਤੇ ਆ ਚੁੱਕੇ ਨੇ। ਕੀ ਕੁਝ ਕਹਿ ਰਹੇ ਨੇ ਇਹ 2 ਦਿਨਾਂ ਦੀ ਹੜਤਾਲ ਜਿਹੜੀ ਹੈ, ਅਗਰ ਜੇਕਰ ਸਰਕਾਰ ਨਹੀਂ ਸੁਣਦੀ ਤਾਂ ਇਸ ਤੋਂ ਬਾਅਦ ਕੀ ਕੁਝ ਸਖਤ ਕਦਮ ਚੁੱਕੇ ਜਾਣਗੇ? ਆਵਾਜ਼ ਆ ਪਾ ਰਹੀ ਰਾਜਵਿੰਦਰ? ਜੀ ਬਿਲकुल ਜੀ ਰਾਜਵਿੰਦਰ, ਜਾਨਣਾ ਚਾਹਾਂਗੇ ਕਿ ਜਿਹੜੇ ਹੁਣ ਅਗਲੇ ਸਖਤ ਕਦਮ ਨੇ ਉਹ ਕੀ ਕੁਝ ਚੁੱਕ ਸਕਦੇ ਨੇ ਮੁਲਾਜ਼ਮ ਜੇਕਰ ਇਹ 2 ਦਿਨ ਦੀ ਹੜਤਾਲ ਤੋਂ ਬਾਅਦ ਵੀ ਸਰਕਾਰ ਨਹੀਂ ਸੁਣਦੀ? ਜੀ ਗੁਰਜੋਤ, ਗੱਲਬਾਤ ਕਰ ਲੈਣੇ। ਜੇਕਰ ਸਰਕਾਰ ਤੁਹਾਡੀ ਜਿਹੜੀ ਮੰਗਾਂ ਨਹੀਂ ਸੁਣਦੀ ਜਾਂ ਕੀ ਜਿਹੜੇ ਅੱਗੇ ਕਿਸ ਤਰ੍ਹਾਂ ਦੀ ਜਿਹੜੀ ਰਣਨੀਤੀ ਬਣਾਈ ਜਾਊਗੀ, ਜਿਸ ਤਰ੍ਹਾਂ 2 ਦਿਨ ਦੀ ਜਿਹੜੀ ਹੜਤਾਲ ਕੀਤੀ ਗਈ ਹੈ, ਅੱਗੇ ਕਿਸ ਤਰ੍ਹਾਂ ਦੀ ਜਿਹੜੀ ਰਣਨੀਤੀ ਜਾਰੀ ਰਹੂ? आज 10 लाख जो देश के अंदर एम्प्लॉइज हैं, सभी वर्ग के एम्प्लॉय आज स्ट्राइक के ऊपर है। आज सबसे पहले तो हम अपने कस्टमर साहबान से क्षमा मांगते हैं कि उनको इनकन्वीनियंस हो रही है, पर उनको भी ये जो प्राइवेटाइजेशन का मुद्दा है, उनके बिजनेस को, MSME को, एग्रीकल्चर को, फार्मर्स को, लैंडलैंड लेबरर्स को, सभी को इफेक्ट कर रहा है। आज हमारी जितनी भी ट्रेड यूनियंस हैं वो सब इस एंटी प्राइवेटाइजेशन डे मना रही हैं। जो प्राइवेटाइजेशन है इसका पर्पस क्या है? प्राइवेटाइजेशन का पर्पस ये है कि कुछ चंद लोग, कुछ चंद घराने जिन्होंने बैंकिंग इंडस्ट्री को बिल्कुल उस कगार पे खड़ा कर दिया है, जिसको NPA का हम नाम देते हैं। अगर NPA को हम देखें तो उसमें सबसे ज्यादा योगदान किनका है? उसमें नीरव मोदी का है।